ਹੈਲੋ ਫਰੈਂਡਸ, ਵੈਲਕਮ ਟੂ ਆवर ਚੈਨਲ ਸਟੱਡੀ ਮੈਥਸ ਵਿਦ ਅਸ। ਅੱਜ ਆਪਾਂ ਕਰਦੇ ਹਾਂ 10.2 ਦੇ ਜਿਹੜੇ ਕੁਐਸਚਨ ਰਹਿ ਗਏ ਸੀ ਆਪਣੇ 6 to 13th। ਪਹਿਲੇ 5 ਕੁਐਸਚਨਸ ਦੇ ਥਿਊਰਮ ਇੱਕ ਵੀਡੀਓ ਦੇ ਵਿੱਚ ਕਰਵਾ ਚੁੱਕੀ ਹਾਂ, ਉਹ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ, ਠੀਕ ਹੈ, ਵੀਡੀਓ ਦਾ ਲਿੰਕ। ਹੁਣ ਆਪਾਂ ਕਰਦੇ ਹਾਂ 6 to 13 ਕੁਐਸਚਨਸ। ਨਾਓ ਕੁਐਸਚਨ 6 ਹੈ ਆਪਣੇ ਕੋਲ, ਦ ਲੈਂਥ ਆਫ ਅ ਟੇਂਜੈਂਟ ਫਰੋਮ ਅ ਪੁਆਇੰਟ ਏ at distance 5 centimeter from the center of the circle is 4 centimeter। ਥੋੜਾ ਜਿਹਾ ਇਹਨਾਂ ਨੇ ਟਵਿਸਟ ਕਰਕੇ ਪਾਇਆ ਹੋਇਆ ਹੈ ਨਾ ਕੁਐਸਚਨ, ਧਿਆਨ ਨਾਲ ਪੜੋ। ਕਹਿੰਦੇ ਲੈਂਥ ਆਫ ਟੇਂਜੈਂਟ ਫਰੋਮ ਅ ਪੁਆਇੰਟ ਏ, ਇੱਕ ਪੁਆਇੰਟ ਏ ਆ ਸਰਕਲ ਆਪਣੇ ਕੋਲ ਏ ਪੁਆਇੰਟ ਆ, ਕਹਿੰਦੇ ਇੱਥੇ ਲੈਂਥ ਆਫ ਟੇਂਜੈਂਟ ਫਰੋਮ ਅ ਪੁਆਇੰਟ ਏ ਐਟ ਡਿਸਟੈਂਸ 5 ਸੈਂਟੀਮੀਟਰ ਫਰੋਮ ਦਾ ਸੈਂਟਰ। ਕੀ ਕਿਹਾ, ਕਹਿੰਦੇ ਜਿਹੜਾ ਇਹ ਏ ਪੁਆਇੰਟ ਆ ਉਹ ਸੈਂਟਰ ਤੋਂ ਕਿੰਨਾ ਦੂਰ ਆ 5 ਸੈਂਟੀਮੀਟਰ, ਠੀਕ ਹੈ, ਇਜ਼ 4 ਸੈਂਟੀਮੀਟਰ। ਇਹ 4 ਸੈਂਟੀਮੀਟਰ ਕੀ ਆ, ਪਹਿਲਾਂ ਕਿਸ ਦੀ ਗੱਲ ਹੋ ਰਹੀ ਸੀ, ਲੈਂਥ ਆਫ ਟੇਂਜੈਂਟਸ ਦੀ, ਜਿਹੜਾ ਕਿ ਏ ਤੋਂ ਡਰੋ ਕੀਤਾ ਹੋਇਆ, ਠੀਕ ਹੈ। ਇਹ ਆਪਣੇ ਕੋਲ ਟੇਂਜੈਂਟ ਹੈ ਜਿਸ ਦੀ ਲੈਂਥ ਕਿੰਨੀ ਆ 4 ਸੈਂਟੀਮੀਟਰ, ਠੀਕ ਹੈ। ਫਾਈਂਡ ਦਾ ਰੇਡੀਅਸ, ਆ ਆਪਾਂ ਰੇਡੀਅਸ ਫਾਈਂਡ ਆਊਟ ਕਰਨਾ। ਹੁਣ ਕੁਐਸਚਨ ਧਿਆਨ ਨਾਲ ਦੇਖੋ ਦੁਬਾਰਾ, ਲੈਂਥ ਆਫ ਟੇਂਜੈਂਟ ਇਜ਼ 4 ਸੈਂਟੀਮੀਟਰ ਫਰੋਮ ਅ ਪੁਆਇੰਟ ਏ ਐਟ ਡਿਸਟੈਂਸ 5 ਸੈਂਟੀਮੀਟਰ ਫਰੋਮ ਦਾ ਸੈਂਟਰ। ਕਹਿੰਦੇ ਜਿਹੜਾ ਇਹ ਏ ਪੁਆਇੰਟ ਆ ਉਹ ਸੈਂਟਰ ਤੋਂ ਕਿੰਨਾ ਦੂਰ ਆ 5 ਸੈਂਟੀਮੀਟਰ। ਸਮਝ ਆਈ? ਆ ਥੋੜਾ ਜਿਹਾ ਟਵਿਸਟ ਕਰਕੇ ਦਿੱਤਾ ਹੋਇਆ, ਬੱਚੇ ਕਈ ਵਾਰ ਇਸ ਵਿੱਚ ਕਨਫਿਊਜ਼ ਹੋ ਜਾਂਦੇ ਆ, ਉਹ ਇੱਥੇ 5 ਸੈਂਟੀਮੀਟਰ ਲਿਖ ਜਾਂਦੇ ਆ, ਇੱਥੇ 4 ਸੈਂਟੀਮੀਟਰ। ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ ਗਾ। ਜਿਹੜਾ ਏ ਪੁਆਇੰਟ ਆ ਉਹ ਡਿਸਟੈਂਸ 5 ਸੈਂਟੀਮੀਟਰ ਸੈਂਟਰ ਤੋਂ ਦਿੱਤਾ ਹੋਇਆ, ਤੇ ਜਿਹੜੀ ਲੈਂਥ ਆਫ ਟੇਂਜੈਂਟ ਆ ਉਹ ਕਿੰਨੀ ਗਿਵਨ ਆ 4 ਸੈਂਟੀਮੀਟਰ। ਰੇਡੀਅਸ ਆਪਾਂ ਫਾਈਂਡ ਆਊਟ ਕਰਨਾ। ਆਪਾਂ ਨੂੰ ਪਤਾ ਜਿਹੜਾ ਰੇਡੀਅਸ ਤੇ ਟੇਂਜੈਂਟ ਦੇ ਵਿਚਾਲੇ ਐਂਗਲ ਕਿੰਨਾ ਹੁੰਦਾ 90 ਡਿਗਰੀ। ਤਾਂ ਆਪਾਂ ਕੀ ਯੂਜ਼ ਕਰਾਂਗੇ, ਪਾਇਥਾਗੋਰਸ ਥਿਊਰਮ। ਪਾਇਥਾਗੋਰਸ ਥਿਊਰਮ ਨਾਲ ਕਰਕੇ ਆਪਾਂ OP ਫਾਈਂਡ ਆਊਟ ਕਰ ਲਾਂਗੇ। ਸੋ ਤੁਸੀਂ ਆਪਣੇ ਆਪ ਕਰਨਾ, ਬਹੁਤ ਸਾਰੇ ਕੁਐਸਚਨ ਆਪਾਂ ਕਰ ਚੁੱਕੇ ਹਾਂ ਇਹਦੇ, ਠੀਕ ਹੈ। ਹਾਂਜੀ, ਕੁਐਸਚਨ 7 to 13 ਜਿਹੜੇ ਵੀ ਕੁਐਸਚਨ ਆ ਮੋਸਟ ਇੰਪੋਰਟੈਂਟ ਕੁਐਸਚਨ ਹੈਗੇ। ਦੈਟ ਮੀਨਸ ਇਹ ਮੋਸਟ ਇੰਪੋਰਟੈਂਟ ਵੀਡੀਓ ਆ ਸਾਰੀ, ਇਹਦੇ ਵਿੱਚੋਂ ਕੋਈ ਵੀ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ, ਠੀਕ ਹੈ। 2 concentric circles are of radii 5 centimeter and 3 centimeter। ਸਭ ਤੋਂ ਪਹਿਲਾਂ concentric circles ਕਿਹੜੇ ਹੁੰਦੇ ਆ, ਉਹ ਸਰਕਲ ਜਿਨ੍ਹਾਂ ਦਾ ਸੈਂਟਰ ਸੇਮ ਹੋਵੇ। concentric ਦਾ ਮਤਲਬ ਕੀ ਆ, ਸੈਂਟਰ ਸੇਮ ਹੋਵੇ, ਠੀਕ ਹੈ, ਰੇਡੀਅਸ ਅਲੱਗ-ਅਲੱਗ ਹੋਵੇ। ਹੁਣ ਜਿਵੇਂ ਇੱਥੇ 2 concentric ਸਰਕਲ ਨੇ, ਇੱਕ ਦਾ ਰੇਡੀਅਸ ਕਿੰਨਾ 5 ਸੈਂਟੀਮੀਟਰ, ਇੱਕ ਦਾ ਰੇਡੀਅਸ ਕਿੰਨਾ 3 ਸੈਂਟੀਮੀਟਰ। ਆਪਾਂ 2 ਸਰਕਲ ਬਣਾਉਂਦੇ ਆ, ਇੱਕ ਦਾ ਰੇਡੀਅਸ 3 ਸੈਂਟੀਮੀਟਰ ਆ, ਇੱਕ ਦਾ ਰੇਡੀਅਸ 5 ਸੈਂਟੀਮੀਟਰ, ਠੀਕ ਹੈ। ਫਾਈਂਡ ਦਾ ਲੈਂਥ ਆਫ ਦਾ ਕੌਰਡ। ਕੌਰਡ ਕੀ ਹੁੰਦੀ ਆ, ਜਿਹੜੀ ਸਰਕਲ ਨੂੰ ਵਿੱਚੋਂ 2 ਪਾਰਟਸ 'ਤੇ ਕੀ ਕਰਦੀ ਹੈ, ਇੰਟਰਸੈਕਟ ਕਰਦੀ ਹੈ, ਠੀਕ ਹੈ। ਕਹਿੰਦੇ ਫਾਈਂਡ ਦਾ ਲੈਂਥ ਆਫ ਦਾ ਕੌਰਡ ਆਫ ਦਾ ਲਾਰਜਰ ਸਰਕਲ ਵਿਚ ਟੱਚ ਦਾ ਸਮੋਲਰ ਸਰਕਲ। ਕਹਿੰਦੇ ਸਮੋਲਰ ਸਰਕਲ ਨੂੰ ਸਿਰਫ ਟੱਚ ਕਰਦੀ ਆ, ਐਂਡ ਕੌਰਡ ਹੈ ਉਹ ਵੱਡੇ ਸਰਕਲ ਦੀ। ਦੇਖੋ 2 ਪੁਆਇੰਟਸ 'ਤੇ ਟੱਚ ਕਰਦੀ ਵੱਡੇ ਸਰਕਲ ਨੂੰ, ਉਹ ਕੀ ਬਣ ਗਈ, ਉਹਦੀ ਕੌਰਡ ਬਣ ਗਈ। ਸਿਰਫ ਸਮੋਲਰ ਸਰਕਲ ਨੂੰ ਉਹ ਟੱਚ ਕਰਦੀ ਆ, ਦੈਟ ਮੀਨਸ ਸਮੋਲਰ ਸਰਕਲ ਦਾ ਕੀ ਬਣ ਗਿਆ, ਉਹ ਟੇਂਜੈਂਟ, ਠੀਕ ਹੈ। ਆਪਾਂ ਇਸ ਕੌਰਡ ਦੀ ਲੈਂਥ ਫਾਈਂਡ ਆਊਟ ਕਰਨੀ ਹੈ। ਦੇਖੋ ਸੈਂਟਰ ਨੂੰ ਪੁਆਇੰਟ ਆਫ ਕੰਟੈਕਟ ਨਾਲ ਜੋੜ ਲਓ, ਉਹ ਸਪੋਜ਼ ਕਰ ਲਓ AB ਆਪਣੀ ਕੀ ਆ, ਕੌਰਡ ਆ। AB ਆਪਾਂ ਫਾਈਂਡ ਆਊਟ ਕਰਨੀ ਹੈ, ਠੀਕ ਹੈ। ਇੱਥੇ ਪੁਆਇੰਟ ਲੈ ਲਓ ਕੋਈ P, OP ਆਪਾਂ ਨੂੰ ਗਿਵਨ ਆ ਕਿੰਨਾ 3 ਸੈਂਟੀਮੀਟਰ, ਠੀਕ ਹੈ। OA ਵੱਡੇ ਸਰਕਲ ਦਾ ਰੇਡੀਅਸ ਆ, ਇਹ ਆਪਾਂ ਨੂੰ ਗਿਵਨ ਆ ਕਿੰਨਾ 5 ਸੈਂਟੀਮੀਟਰ, ਠੀਕ ਹੈ। ਧਿਆਨ ਨਾਲ ਦੇਖੋ ਇੱਥੇ ਐਂਗਲ ਕਿੰਨਾ ਬਣਦਾ 90। ਆਪਣੇ ਕੋਲ ਪਾਇਥਾਗੋਰਸ ਥਿਊਰਮ ਲਾ ਕੇ AP ਫਾਈਂਡ ਆਊਟ ਕਰ ਸਕਦੇ ਹਾਂ, ਬਟ ਆਪਾਂ ਕੀ ਫਾਈਂਡ ਆਊਟ ਕਰਨੀ ਸੀ, AB। ਹੁਣ ਇੱਕ ਚੀਜ਼ ਪੜ੍ਹੀ ਸੀ ਆਪਾਂ 9th ਦੇ ਵਿੱਚ ਕਿ ਆ ਇੱਕ ਸਰਕਲ ਆ, ਠੀਕ ਹੈ, ਆ ਉਹਦੀ ਕੌਰਡ ਆ ਤੇ ਆ ਉਹਦਾ ਸੈਂਟਰ ਆ। ਜੇ ਸੈਂਟਰ ਤੋਂ ਕੌਰਡ ਦੇ ਉੱਪਰ ਪਰਪੈਂਡੀਕੂਲਰ ਡਰੋ ਕਰਦੇ ਹਾਂ ਆਪਾਂ, ਤਾਂ ਉਹ ਕੌਰਡ ਨੂੰ ਬਾਈਸੈਕਟ ਕਰਦਾ ਹੁੰਦਾ। ਬਾਈਸੈਕਟ ਮੀਨਸ 2 ਪਾਰਟਸ ਦੇ ਵਿੱਚ ਡਿਵਾਈਡ ਕਰਦਾ। ਜੇ ਆਪਣੇ ਕੋਲ ਆਹ ਲੈਂਥ ਇੰਨੀ ਹੈਗੀ ਆ ਤਾਂ ਇਹਦਾ ਡਬਲ ਕਰਕੇ ਪੂਰੀ ਲੈਂਥ ਆ ਜੂ, ਕਿਉਂਕਿ ਇਹ ਬਾਈਸੈਕਟ ਕਰ ਰਿਹਾ ਪਰਪੈਂਡੀਕੂਲਰ। ਦੈਟ ਮੀਨਸ ਜੇ ਆਪਣੇ ਕੋਲ AP ਹੈਗੀ ਆ, ਉਹਦਾ ਡਬਲ ਕਰ ਦਾਂਗੇ, ਕੀ ਆ ਜੂ ਆਪਣੇ ਕੋਲ AB। ਇੱਥੇ ਪਰਪੈਂਡੀਕੂਲਰ ਕਿਉਂ ਆ, ਕਿਉਂਕਿ ਰੇਡੀਅਸ ਤੇ ਟੇਂਜੈਂਟ ਦੇ ਵਿਚਾਲੇ ਐਂਗਲ ਕਿੰਨਾ ਹੁੰਦਾ 90,
क्लीयर ए बी आपां फाइंड आउट करनी सी वही आ गई अपने कोल। नाउ देखो अपने कोल ओ पी गिवन आ 3 सेंटीमीटर, ओ ए गिवन आ 5 सेंटीमीटर, ए बी आपां फाइंड आउट करनी है। क्लीयर। हुण ए बी फाइंड आउट करन दे लई आपां ए पी फाइंड आउट करांगे। ठीक है, इन ट्राइंगल ए ओ पी दे विच पाइथागोरस थ्योरम यूज़ कर दईए। एंगल पी अपने कोल कितना 90, सो बाय पाइथागोरस थ्योरम ओ ए स्क्वायर इक्वल्स टू ओ पी स्क्वायर प्लस ए पी स्क्वायर। ओ ए कितना अपने कोल 5, ओ पी अपने कोल कितना 3, ए पी आपां फाइंड आउट करना। 25 इक्वल्स टू 9 प्लस ए पी स्क्वायर। आ उधर जाके माइनस 16 इक्वल्स टू ए पी स्क्वायर। इथों ए पी कितनी आ गई अपने कोल 4 सेंटीमीटर। ए पी आपां फाइंड आउट कर ली। आपां की कढनी आ ए बी। नाउ वी नो दैट perpendicular drawn from center to any chord of the circle bisects the chord. Clear? That means A B find out करन लई 2 times A P, that means A B अपने कोल कितनी आ गई 2 into 4 8 सेंटीमीटर। यही आपां फाइंड आउट करनी सी। क्लीयर? हाँ जी, 8th क्वेश्चन अपना अ क्वाड्रिलेटरल ए बी सी डी इज़ ड्रॉन टू सरकमस्क्राइब अ सर्कल। कहते एक क्वाड्रिलेटरल है, सर्कल के उपर बनया होया। ठीक है, प्रूव दैट ए बी प्लस सी डी इक्वल्स टू ए डी प्लस बी सी। ये आपां प्रूव करना। बहुत इंपॉर्टेंट क्वेश्चन है। यही क्वेश्चन अगे जाके 11th क्वेश्चन दे विच यूज़ भी होना पूरे का पूरा एज इट इज़। ठीक है, देखो ध्यान नाल आपां प्रूव करना ए बी प्लस सी डी इक्वल्स टू ए डी प्लस बी सी। सर्कल के उपर एक क्वाड्रिलेटरल बनया होया। ठीक है, हुण ध्यान नाल देखो ए तो एक्सटर्नल पॉइंट तो 2 टेंजेंट ड्रॉ किए आ ए पी ते ए एस, दोनों आपस की होणगे इक्वल होणगे। नैक्सट बी पॉइंट तो 2 टेंजेंट ड्रॉ किए आ बी पी एंड बी क्यू, दोनों आपस की होणगे इक्वल। फिर सी तो भी 2 टेंजेंट ड्रॉ किए आ इक्वल, डी तो भी दोनों टेंजेंट्स आपस की होणगे इक्वल। ठीक है, एक बार आप इन्ना लिखते हैं उत्थों ही थोनू क्लीयर हो जाना कि करना की आ। आपां देखो टू प्रूव अपने कोल की आ ए बी प्लस सी डी इक्वल्स टू ए डी प्लस बी सी। ठीक है, वी नो लेंथ ऑफ tangents drawn from an external point to a circle are equal। दोनों टेंजेंट्स की होंगे इक्वल, एक एक्सटर्नल पॉइंट तो ड्रॉ किए हुए। दैट मीनस ए पी इक्वल्स टू ए एस। नंबर 1 फ्रॉम बी तो बी पी इक्वल्स टू बी क्यू। सॉरी सेकेंड। नैक्सट सी तो सी क्यू इक्वल्स टू सी आर। मैं बोली हाँ सी क्यू इक्वल्स टू सी आर, बट मैं लिखिया सी आर इक्वल्स टू सी क्यू। ये बाद चो दसदी हाँ तुहानूं क्यों लिखिया। ठीक है, डी तो डी आर इक्वल्स टू डी एस। नंबर 4 ध्यान नाल देखो आप लिख लिया ए पी इक्वल्स टू ए एस, बी पी इक्वल्स टू बी क्यू एज इट इज़ है ना, सारे लिख लिया आप। हुण देखो जे ए पी नूं पी बी दे विच प्लस करांगे की बन जू वो ए बी बन जू। नैक्सट बी क्यू दे विच जे सी क्यू प्लस करांगे की बन जू बी सी बन जू। सी आर दे विच डी आर प्लस करे तो की बन जू पूरी सी डी। डी एस दे विच ए एस प्लस करे तो की बन जू अपने कोल
AD, ठीक है। मैं इदां क्यों लिखिया सी, क्योंकि AP ਦੇ ਵਿੱਚ मैं BP प्लस करना ਤਾਂ ही AB ਬਣੂ। ਇੱਧਰ ਆਪਣੇ ਕੋਲ BQ ਆ ਰਿਹਾ ਸੀ, BQ ਦੇ ਵਿੱਚ ਮੈਂ ਕੀ ਪਲਸ ਕਰ ਸਕਦੀ ਹਾਂ, CQ। ਜਿਹੜੀ ਸਾਈਡ BQ ਲਿਖਿਆ ਉਸ ਸਾਈਡ ਹੀ ਕੀ ਲਿਖਣਾ ਆਪਾਂ, CQ। CQ ਕਿਹਦੇ ਇਕੁਅਲ ਸੀ, CR ਦੇ, ਤਾਂ ਦੂਸਰੀ ਸਾਈਡ ਮੈਂ ਕੀ ਲਿਖਤਾ, CR। ਨੈਕਸਟ ਜਿਹੜੀ ਸਾਈਡ CR ਲਿਖਿਆ ਉਸੇ ਸਾਈਡ ਆਪਾਂ ਕੀ ਲਿਖਣਾ, DR। CR ਲੈਫਟ ਤੇ ਸੀ ਤਾਂ ਲੈਫਟ ਸਾਈਡ ਮੈਂ ਕੀ ਲਿਖਿਆ ਇਹਦਾ, DR। ਕਲੀਅਰ। ਤਾਂ ਹੁਣ ਆਪਾਂ ਨੂੰ ਇਹਨਾਂ ਨੂੰ ਕੀ ਕਰਾਂਗੇ, ਐਡ। ਜੇ ਤੁਸੀਂ ਅਲੱਗ ਸਾਈਡ 'ਤੇ ਲਿਖ ਲੈਂਦੇ ਨਾ ਕਿ ਇਹਦਾ ਰਾਈਟ 'ਤੇ ਪਿਆ ਇਹਦਾ ਲੈਫਟ 'ਤੇ ਲਿਖ ਲੈਂਦੇ ਤਾਂ ਐਡ ਕਰਨ ਟਾਈਮ ਤੁਹਾਨੂੰ ਪ੍ਰੋਬਲਮ ਆਉਣੀ ਸੀਗੀ, ਤਾਂ ਕਰਕੇ ਪਹਿਲਾਂ ਹੀ ਆਪਣਾ ਦੇਖ ਕੇ ਸਾਈਡਸ ਇਕੁਅਲ ਦੇਖ ਕੇ ਚੱਲੋ, ਹੈ ਨਾ। ਨਾਓ ਐਡ 1 2 3 ਐਂਡ 4 ਸਾਰਿਆਂ ਨੂੰ ਕੀ ਕਰ ਲਓ, ਐਡ। ਲੈਫਟ ਸਾਈਡਸ ਦੇ ਵਿੱਚ ਲੈਫਟ ਸਾਈਡਸ ਪਲਸ ਕਰਨੀ ਆ, ਰਾਈਟ ਦੇ ਵਿੱਚ ਰਾਈਟ। AP ਪਲਸ BP plus CR plus DR equals to AS plus BQ plus CQ plus DS। AP plus BP ਕੀ ਬਣ ਰਿਹਾ, AB। CR plus DR ਕੀ ਬਣ ਰਿਹਾ, CD equals to AS ਦੇ ਵਿੱਚ ਕੀ ਪਲਸ ਹੋਏਗਾ, DS। AS plus DS ਕੀ ਬਣੂਗਾ, AD। ਇਕੱਠੇ ਕਰਕੇ ਲਿਖਣਾ ਇੱਕ ਸਟੈਪ ਦੇ ਵਿੱਚ, ਇਕੱਠੇ ਕਰਕੇ ਲਿਖ ਸਕਦੇ ਹੋ। ਐਜ਼ ਇਟ ਇਜ਼ ਐਡ ਸਿੰਪਲ ਕਰਨਾ ਉੱਦਾਂ ਕਰ ਲਓ। BQ ਪਲਸ CQ ਕੀ ਬਣੇਗਾ, BC। ਆਹੀ ਚੀਜ਼ ਨਹੀਂ ਆਪਾਂ ਪ੍ਰੂਵ ਕਰਨੀ ਸੀ। AB ਪਲਸ CD ਇਕਲਸ ਟੂ AD ਪਲਸ BC। ਕਿੰਨਾ ਈਜ਼ੀ ਕੁਐਸਚਨ ਸੀ ਨਾ। ਬਸ ਤੁਸੀਂ ਆਹ ਚੀਜ਼ਾਂ ਧਿਆਨ ਦੇ ਨਾਲ ਲਿਖਣੀਆਂ ਨੇ ਕਿ ਕਿਹੜੀ ਸਾਈਡ ਕੀ ਲਿਖੀ ਹੈ ਆਪਾਂ, ਠੀਕ ਹੈ। ਰੱਟਾ ਨਹੀਂ ਲਾਉਣਾ ਹੈਗਾ ਕੁਐਸਚਨ ਨੂੰ, ਬਸ ਧਿਆਨ ਨਾਲ ਤੁਸੀਂ ਇਹ ਦੇਖਣਾ ਕਿ ਐਕਸਟਰਨਲ ਪੁਆਇੰਟ ਪਏ ਆ ਉਹਨਾਂ ਤੋਂ ਟੈਂਜੈਂਟ ਕੀ ਹੁੰਦੇ ਆ, ਇਕੁਅਲ। ਟੈਂਜੈਂਟ ਇਕੁਅਲ ਆ ਤਾਂ ਆਪਾਂ ਨੂੰ ਪਲਸ ਕਰਕੇ ਕੁਛ ਨਾ ਕੁਛ ਬਣਾ ਸਕਦੇ ਹਾਂ, ਠੀਕ ਹੈ। ਹਾਂਜੀ, 9th ਕੁਐਸਚਨ। ਇਨ ਫਿਗਰ XY and X dash Y dash are two parallel tangents to a circle with center O। ਕਹਿੰਦੇ ਫਿਗਰ ਦੇ ਵਿੱਚ XY ਤੇ X dash Y dash ਦੋ ਪੈਰਲਲ ਟੇਂਜੈਂਟਸ ਆ। ਹੁਣ ਜੇ ਪੈਰਲਲ ਟੇਂਜੈਂਟਸ ਆਪਾਂ ਕੁਐਸਚਨ 4th ਦੇ ਵਿੱਚ ਪੜ੍ਹਿਆ ਸੀ ਤਾਂ ਪੱਕਾ ਇਹ ਡਾਇਆਮੀਟਰ ਦੇ ਐਂਡ ਪੁਆਇੰਟਸ 'ਤੇ ਬਣੇ ਹੋਣਗੇ, ਠੀਕ ਹੈ। ਇਹ ਬਾਅਦ 'ਚੋਂ ਯੂਜ਼ ਕਰਨਾ ਆਪਾਂ, ਤਾਈਓ ਦੱਸਿਆ ਮੈਂ, ਠੀਕ ਹੈ। ਐਂਡ ਅਨਦਰ ਟੇਂਜੈਂਟਸ AB ਵਿਦ ਪੁਆਇੰਟ ਆਫ ਕੰਟੈਕਟ C। ਕਹਿੰਦੇ AB ਇੱਕ ਹੋਰ ਟੇਂਜੈਂਟ ਆ ਜਿਸ ਦਾ ਪੁਆਇੰਟ ਆਫ ਕੰਟੈਕਟ ਕੀ ਬਣਦਾ, C ਬਣਦਾ। ਇੰਟਰਸੈਕਟਿੰਗ XY ਐਟ A, XY ਨੂੰ A 'ਤੇ ਇੰਟਰਸੈਕਟ ਕਰਦਾ ਐਂਡ X dash Y dash ਨੂੰ B 'ਤੇ ਇੰਟਰਸੈਕਟ ਕਰਦਾ। ਕਹਿੰਦੇ ਪ੍ਰੂਵ ਦੈਟ ਐਂਗਲ AOB ਆਪਾਂ 90 ਪ੍ਰੂਵ ਕਰਨਾ, ਠੀਕ ਹੈ। ਬਹੁਤ ਈਜ਼ੀ ਕੁਐਸਚਨ ਆ, ਦੇਖੋ ਧਿਆਨ ਨਾਲ। ਆਪਾਂ OC ਨੂੰ ਜੁਆਇਨ ਕਰ ਲਈਏ। ਆਹ ਦੋ ਟਰਾਇੰਗਲਸ ਨੇ, ਠੀਕ ਹੈ। ਇਹਨਾਂ ਦੋਨੋਂ ਟਰਾਇੰਗਲਸ ਨੂੰ ਜੇ ਆਪਾਂ ਕੰਗੂਰੈਂਟ ਕਰਕੇ ਆਹ ਦੋਨੋਂ ਐਂਗਲ ਇਕੁਅਲ ਕਰ ਲਈਏ, ਇਹਨੂੰ ਐਂਗਲ 1 ਦੇ ਲਓ, ਇਹਨੂੰ ਐਂਗਲ 2 ਦੇ ਲਓ, ਠੀਕ ਹੈ। ਸਿਮਿਲਰਲੀ ਆਹ ਨੀਚੇ ਵਾਲੀਆਂ ਦੋਨੋਂ ਟਰਾਇੰਗਲਸ ਨੂੰ ਕੰਗੂਰੈਂਟ ਕਰਕੇ ਆਹ ਦੋਨੋਂ ਐਂਗਲ ਇਕੁਅਲ ਕਰ ਲੈਂਦੇ ਹਾਂ ਆਪਾਂ, ਐਂਗਲ 3 ਤੇ 4। ਆਪਾਂ ਨੂੰ ਚਾਹੀਦਾ ਕਿਹੜਾ, AOB। ਦੈਟ ਮੀਨਸ 2 ਤੇ 3 ਚਾਹੀਦੇ ਆ। ਆਪਾਂ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਕੇ ਉੱਥੋਂ 90 ਡਿਗਰੀ ਲਿਆਵਾਂਗੇ। ਕਿਉਂ, ਕਿਉਂਕਿ ਆਹ ਡਾਇਆਮੀਟਰ ਆ। ਡਾਇਆਮੀਟਰ ਇੱਕ ਸਟ੍ਰੇਟ ਲਾਈਨ ਹੁੰਦੀ ਆ। ਸਟ੍ਰੇਟ ਲਾਈਨ ਦੇ ਉੱਪਰ ਸਾਰੇ ਐਂਗਲ ਕੀ ਬਣਾਉਂਦੇ ਹੁੰਦੇ ਆ, ਲੀਨੀਅਰ ਪੇਅਰ, ਠੀਕ ਹੈ। ਜਿਵੇਂ ਜਿਵੇਂ ਕਰੀ ਜਾਵਾਂਗੇ ਉੱਦਾਂ ਉੱਦਾਂ ਦੱਸੀ ਜਾਊਂਗੀ। ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਕੀ ਕਰਦੇ ਹਾਂ, AOC ਨੂੰ ਜੁਆਇਨ ਕਰਕੇ ਆਹ ਦੋਨੋਂ ਟਰਾਇੰਗਲਸ ਨੂੰ ਕੀ ਕਰਦੇ ਹਾਂ, ਆਪਾਂ ਕੰਗੂਰੈਂਟ ਪ੍ਰੂਵ ਕਰਦੇ ਹਾਂ, ਠੀਕ ਹੈ। ਦੇਖੋ ਆਪਾਂ ਪ੍ਰੂਵ ਕਰਨਾ ਐਂਗਲ AOB 90। ਥੋੜ੍ਹਾ ਜਿਹਾ ਲੈਂਥੀ ਕੁਐਸਚਨ ਆ ਬਟ ਹੈ ਈਜ਼ੀ ਆ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕੀਤਾ, OC ਨੂੰ ਜੁਆਇਨ ਕੀਤਾ। ਨਾਓ ਇਨ ਟਰਾਇੰਗਲ OPA ਐਂਡ OCA ਦੇ ਵਿੱਚ ਦੇਖੋ AP ਤੇ AC ਕੀ ਨੇ, ਇਕੁਅਲ ਨੇ। ਕਿਉਂ, ਕਿਉਂਕਿ ਜਿਹੜੇ ਐਕਸਟਰਨਲ ਪੁਆਇੰਟ ਤੋਂ ਦੋ ਟੇਂਜੈਂਟ ਡਰੋ ਕੀਤੇ ਹੁੰਦੇ ਆ ਉਹ ਕੀ ਹੁੰਦੇ ਆ, ਇਕੁਅਲ। ਲੈਂਥ ਆਫ tangents drawn from external point is equal। clear, ਆਪਾਂ ਥਿਓਰਮ ਕੀਤੀ ਸੀ। ਨਾਓ OA ਦੋਨਾਂ 'ਚ ਕੀ ਹੋ ਗਿਆ, ਕਾਮਨ।
ਨੈਕਸਟ ਓ ਪੀ ਤੇ ਓ ਸੀ ਦੋਨਾਂ 'ਚ ਇਕੁਅਲ ਆ, ਕਿਉਂ? ਕਿਉਂਕਿ ਸਰਕਲ ਦੇ ਕੀ ਨੇ ਇਹ? ਰੇਡੀਅਸ ਨੇ। ਕਲੀਅਰ? ਬਾਏ ਐਸ ਰੂਲ ਦੋਨੋਂ ਟਰਾਇੰਗਲਸ ਕੀ ਹੋ ਗਈਆਂ? ਕੰਗਰੂਐਂਟ। that means angle 1 ਤੇ angle 2 ਕੀ ਹੋ ਗਏ? equal ਹੋ ਗਏ। angle 1 equals to angle 2 by CPCT। clear? next 3 ਤੇ 4 ਵੀ ਆਪਸ 'ਚ equal ਹੋਣਗੇ ਕਿਉਂਕਿ ਇਹ ਦੋਨੋਂ triangles ਵੀ ਕੀ ਨੇ? congruent। ਇੱਥੇ ਲਿਖ ਦਿਓ similarly triangle OCB congruent to triangle OBQ। ठीक है? सिमिलरली ठीक है बाय एस रूल है भी। देयरफॉर एंगल 3 इक्वल्स टू एंगल 4 बाय CPCT। हुण देखो आपां नूं पता PQ इज़ अ डायमीटर। नाउ PQ की आ? डायमीटर। सो एंगल 1 plus 2 plus 3 plus 4 equals to 180। क्यों? क्योंकि आपां नूं पता लीनियर पेयर बनता है। ठीक है? हुण देखो ध्यान नाल आपां नूं किहड़े एंगल चाहिए? आही चाहिए ना, क्योंकि AOB लैके आउणा आपां 2 ते 3 चाहिए आ। ਇਹਦਾ ਮਤਲਬ ਇੱਥੇ 2 3 ਨੂੰ ਤੁਸੀਂ ਇਹਦੇ ਨਾਲ ਪੰਗਾ ਨਹੀਂ ਲੈਣਾ। ਐਂਗਲ 1 ਤੇ 4 ਨੂੰ ਚੇਂਜ ਕਰਨਾ। ਐਂਗਲ 1 ਤੇ 4 ਨੂੰ ਕਿਵੇਂ ਚੇਂਜ ਕਰਨਾ? 1 ਤੇ 2 ਆਪਸ 'ਚ ਕੀ ਨੇ? ਇਕੁਅਲ। ਇਹਦਾ ਮਤਲਬ 1 ਦੀ ਜਗ੍ਹਾ ਆਪਾਂ ਕੀ ਲਿਖ ਸਕਦੇ ਹਾਂ? 2 ਨਾਲ ਤਾਂ ਆਪਾਂ ਪੰਗਾ ਲੈਣਾ ਹੀ ਨਹੀਂ ਸੀ, 3 ਨਾਲ ਵੀ ਨਹੀਂ ਲੈਣਾ। ਐਂਗਲ 4 ਦੀ ਜਗ੍ਹਾ ਆਪਾਂ ਕੀ ਲਿਖ ਸਕਦੇ ਹਾਂ? 3। ਕਲੀਅਰ ਹੈ ਇੰਨੀ ਚੀਜ਼? ਬਹੁਤ ਈਜ਼ੀ ਕੁਐਸਚਨ ਆ ਇਹ। एंगल 2 प्लस एंगल 2 कितना होंदा? 2 टाइम्स एंगल 2। जिदा x प्लस x 2x बन जाता, उदा ही 2 टाइम्स एंगल 2 बन गया। एंगल 3 प्लस एंगल 3 2 टाइम्स एंगल 3। ये गलती तुसी ना कर दिओ, कई बच्चों को पूछीदा क्लास एंगल 2 प्लस एंगल 2 कितना होंदा? एंगल 4 दसदे आ। एंगल 3 प्लस एंगल 3 6 बोल देंदे आ। बेटा जिदा x प्लस x 2x होंदा ना, उदा ही एंगल 2 प्लस एंगल 2 2 टाइम्स एंगल 2 बनूगा। ठीक है? इनू एक्स लैके चलिया करो। क्लीयर? कोई वेरीएबल। हुण देखो 2 इन्हां चों कॉमन आउंदा, एंगल 2 प्लस एंगल 3 रह गया अंदर 180। एंगल 2 प्लस एंगल 3 आ 2 उधर जाके डिवाइड होके कितना आ गया? 90। देखो एंगल 2 प्लस 3 किहड़ा एंगल बनता? एंगल AOB बनता, क्योंकि जो आप 2 के 3 प्लस किया कि एंगल बनूगा आ वाला। ठीक है? इसका नेम की है AOB। इसका मतलब एंगल AOB इक्वल्स टू कितना आ गया? 90 डिग्री। यही आप प्रूव करना सी। हैंस प्रूव्ड। हाँ जी, क्वेश्चन 10th। प्रूव दैट द एंगल बिटवीन द टू टेंजेंट्स ड्रॉन फ्रॉम एन एक्सटर्नल पॉइंट टू अ सर्कल इज सप्लीमेंटरी। सप्लीमेंटरी का की मतलब होंदा? दो एंगल्स जिन्हां दा प्लस 180 होवे। ठीक है? टू द एंगल सबटेंडेड बाय द लाइन सैगमेंट ज्वाइनिंग द पॉइंट्स ऑफ कॉन्टैक्ट एट द सेंटर। किस दे विच एंगल कहा आपां नूं? कहंदे एंगल बिटवीन टू टेंजेंट्स ड्रॉन फ्रॉम एन एक्सटर्नल पॉइंट। सब तो पहलां तां अपने कोल सर्कल आ। ठीक है? एक एक्सटर्नल पॉइंट तो कहंदे दो टेंजेंट्स ड्रॉ किए गए आ। ठीक है? आ सर्कल आ, सपोज वो सेंटर O आ, ये पॉइंट अपने कोल A सी, सपोज AB एंड AC अपने कोल की ने? दो टेंजेंट्स ने। ठीक है? कहंदे एक तो एंगल लेना दोनों टेंजेंट्स के विचाले। ओके? टू द एंगल सबटेंडेड बाय द लाइन सैगमेंट ज्वाइनिंग द पॉइंट्स ऑफ कॉन्टैक्ट एट द सेंटर। कहंदे जिहड़े पॉइंट्स इहदे कॉन्टैक्ट दे पॉइंट्स बनते हैं, मतलब एक B पॉइंट एक C पॉइंट, कहंदे उहनूं किहदे नाल ज्वाइन करना? सेंटर नाल। सेंटर नाल ज्वाइन कीता आपां। ठीक है? कहंदे जिहड़ा इन्हां दे विच एंगल बनदा ज्वाइन करन तो बाद, किहड़ा एंगल बनदा? आ एंगल बनदा ना, क्योंकि आ O ते B नूं ज्वाइन कर लिया आपां, O ते C नूं ज्वाइन कर लिया, इन्हां दोनां विचाले आही एंगल बनिया BOC। हुण पढ़ो दुबारा। कहंदे एंगल बिटवीन टू टेंजेंट्स एक्सटर्नल पॉइंट तो ड्रॉ किए हुए हैं, जिहड़े
इज़ सप्लीमेंटरी टू द एंगल ਜਿਹੜੇ ਆ ਪੁਆਇੰਟਸ ਆਫ ਕੰਟੈਕਟ ਨੂੰ ਜੋੜ ਕੇ ਐਂਗਲ ਬਣਦੇ ਆ। ਦੈਟ ਮੀਨਸ ਆਪਾਂ ਪ੍ਰੂਵ ਕਰਨਾ ਕਿ ਇਹਨਾਂ ਦੋਨਾਂ ਐਂਗਲਸ ਦਾ ਪਲੱਸ ਕਿੰਨਾ ਆਉਂਦਾ ਆਪਣੇ ਕੋਲ 180 ਡਿਗਰੀ। ਠੀਕ ਹੈ, ਬਹੁਤ ਹੀ ਈਜ਼ੀ ਕੁਐਸਚਨ ਆ, ਬਸ ਸਿਰਫ ਸਟੇਟਮੈਂਟ ਸਮਝਣ ਦੀ ਲੋੜ ਹੈ ਇੱਥੇ ਕਿ ਸਟੇਟਮੈਂਟ ਦੇ ਵਿੱਚ ਆਪਾਂ ਨੂੰ ਕੀ ਦੱਸਿਆ ਹੋਇਆ। ਦੇਖੋ ਆਪਾਂ ਪ੍ਰੂਵ ਕਰਨਾ ਐਂਗਲ ਏ ਪਲੱਸ ਐਂਗਲ ਓ ਇਕਲਸ ਟੂ 180 ਡਿਗਰੀ, ਇਹੀ ਪ੍ਰੂਵ ਕਰਨਾ ਆਪਾਂ। ਦੇਖੋ ਰੇਡੀਅਸ ਤੇ ਟੇਂਜੈਂਟ ਦੇ ਵਿਚਾਲੇ ਐਂਗਲ 90, ਇੱਧਰ ਵੀ ਰੇਡੀਅਸ ਤੇ ਟੇਂਜੈਂਟ ਦੇ ਵਿਚਾਲੇ ਐਂਗਲ 90। ਆਪਣੇ ਕੋਲ 1 2 3 4 ਚਾਰ ਸਾਈਡਾਂ ਵਾਲੀ ਕੀ ਹੁੰਦੀ ਆ ਕੁਆਡਰੀਲੇਟਰਲ। ਦੈਟ ਮੀਨਸ BACO ਆਪਣੇ ਕੋਲ ਕੀ ਬਣਦੀ ਹੈ ਇੱਕ ਕੁਆਡਰੀਲੇਟਰਲ। ਕੁਆਡਰੀਲੇਟਰਲ ਦੇ ਚਾਰੇ ਐਂਗਲਸ ਦਾ ਪਲੱਸ ਕਿੰਨਾ ਹੁੰਦਾ 360। ਦੋ ਐਂਗਲਸ ਆਪਣੇ ਕੋਲ ਹੈਗੇ, ਉਹਨਾਂ ਦੀਆਂ ਵੈਲਿਊਜ਼ ਪੁੱਟ ਕਰਕੇ ਦੇਖਦੇ ਹਾਂ ਕੀ ਬਣਦਾ। ਦੇਖੋ ਵੀ ਹੈਵ ABOC is quadrilateral। ਜੇ ਇਹ ਕੁਆਡਰੀਲੇਟਰਲ ਹੈ ਦੈਟ ਮੀਨਸ ਐਂਗਲ A ਪਲੱਸ B ਪਲੱਸ O ਪਲੱਸ C ਇਕਲਸ ਟੂ 360 ਡਿਗਰੀ, ਕਿਉਂਕਿ ਸਮ ਆਫ ਐਂਗਲਸ ਆਫ quadrilateral is equal to 360 degree। clear? ਐਂਗਲ A ਪਲੱਸ O, ਠੀਕ ਹੈ, ਆਪਾਂ ਇਹ ਪ੍ਰੂਵ ਕਰਨਾ। ਐਂਗਲ B ਤੇ C ਆਪਾਂ ਨੂੰ ਗਿਵਨ ਨੇ, ਐਂਗਲ B ਦੀ ਵੈਲਿਊ ਕਿੰਨੀ ਪੁੱਟ ਕਰ ਦੋ 90, O ਆਪਾਂ ਨੂੰ ਚਾਹੀਦਾ, C ਦੀ ਵੈਲਿਊ ਕਿੰਨੀ ਪੁੱਟ ਕਰ ਦੋ 90। ਇਹ ਕਿਉਂ 90 ਨੇ? ਐਂਗਲ B ਇਕਲਸ ਟੂ 90, angle C equals to 90 because tangent is perpendicular at radius। clear? 90 plus 90 180, इधर है angle A plus angle O plus 180 equals to 360। 180 plus उधर जाके की होएगा माइनस का 360 माइनस 180, एंगल A प्लस O इक्वल्स टू 180 डिग्री। यही आप प्रूव करना सी कि एंगल टेंजेंट्स के विचाले एंड पॉइंट्स ऑफ कंटैक्ट नूं जदों सेंटर नाल ज्वाइन किया वो एंगल अपना की बनता सप्लीमेंटरी। क्लीयर? हैंस द एंगल बिटवीन टू टेंजेंट्स and the angle subtended by line segment joining the points of contact at center is supplementary। clear? हाँ जी 11th question, prove that parallelogram circumscribing a circle is a rhombus। कहंदे एक सर्कल दे उपर पैरलोग्राम बनी हुई है। ठीक है, सपोज ABCD अपने कोल की है पैरलोग्राम। जे पैरलोग्राम आ दैन इहदियां अपोजिट साइड्स की होणगियां इक्वल होणगियां। दैट मीनस आपां नूं गिवन आ AB इक्वल्स टू DC एंड DA इक्वल्स टू CB। अपोजिट साइड्स की ने आपस च इक्वल ने। क्लीयर? इत्थे पॉइंट्स ऑफ कंटैक्ट ने अपने PQRS इन्हां नूं नेमिंग दे दिंदे आ। क्लीयर? आपां प्रूव करना कि जिहड़ी यह पैरलोग्राम आ वो अपनी रोम्बस है। ठीक है, दैट मीनस आपां की प्रूव करना कि ऑल साइड्स इहदियां की नेगियां इक्वल ने। टू प्रूव ABCD इज अ रोम्बस, दैट इज की प्रूव करना आपां AB इक्वल्स टू BC इक्वल्स टू CD इक्वल्स टू D। यही चीज़ प्रूव करनी है। हाँ जी, आपां एक क्वेश्चन कीता सी, आई थिंक 9th क्वेश्चन,
नहीं 8th क्वेश्चन ਦੇ ਵਿੱਚ ਆਪਾਂ ਪ੍ਰੂਵ ਕੀਤਾ ਸੀ AB + CD = AD + BC। ਆਪਾਂ ਬਿਲਕੁਲ ਐਜ਼ ਇਟ ਇਜ਼ ਉਹੀ ਕੁਐਸਚਨ ਇਹਦੇ ਵਿੱਚ ਕਰਨਾ ਗਾ, ਠੀਕ ਹੈ। ਉਹ ਐਂਡ ਤੇ ਜਾ ਕੇ ਪਤਾ ਲੱਗੂਗਾ ਕਿਉਂ। ਦੇਖੋ ਉਸ ਕੁਐਸਚਨ ਦੇ ਵਿੱਚ ਆਪਾਂ ਕੀ ਕੀਤਾ ਸੀ ਕਿ ਆਪਣੇ A B C D ਇਹ ਐਕਸਟਰਨਲ ਪੁਆਇੰਟਸ ਨੇ, ਹੈ ਨਾ। ਐਕਸਟਰਨਲ ਪੁਆਇੰਟਸ ਤੋਂ ਆਪਣੇ ਕੋਲ ਕੀ ਸੀ, ਟੇਂਜੈਂਟਸ ਇਕੁਅਲ ਹੁੰਦੇ ਆ। ਦੈਟ ਮੀਨਸ AP = AS BP = BQ, ਸਾਰਾ ਉਹੀ ਕੁਐਸਚਨ ਲਿਖਣਾ ਇੱਥੇ, ਠੀਕ ਹੈ। ਵੀ ਨੋ tangents from an external point are equal in length, ठीक है। टेंजेंट्स की लेंथ की होंगी है, इक्वल होंगी है एक्सटर्नल पॉइंट तो। दैट मीनस AP = AS BP = BQ CR = CQ DR = DS। फिर आपां की कीता सी, इन्हां नूं नेमिंग दे के सारिਆਂ ਨੂੰ की कीता सी, एडिंग 1 2 3 एंड 4। क्लीयर। लैफ्ट साइड्स नूं आपस दे विच ऐड, राइट साइड नूं आपस दे विच। AP + BP + CR + DR = AS + BQ + CQ + DS। AP विच BP प्लस किता की बन जाता अपना AB। CR दे विच DR प्लस किता की बन जाता अपना CD। AS दे विच DS प्लस किता AD प्लस BQ + CQ दोनों नूं प्लस किता की बन जाता अपना BC। देखो इत्थों तक अपना 8th क्वेश्चन हो गया, ठीक है। हुण आपां नूं इस दे विच गिवन की है कि AB ते DC आपस इक्वल ने, DA एंड CB आपस इक्वल आ। दैट मीनस आपां इन्हां दी वैल्यू पुट कर सकते हैं। CD दी जगह ते AB पुट कर सकते हैं आपां, AD दी जगह ते BC या फिर BC दी जगह ते AD इदां वैल्यूज पुट कर सकते हैं। इधर आपां AB जिहड़ी मर्जी वैल्यू पुट कर दो, जरूरी नहीं कि मैं CD दी जगह AB लिख रही हाँ तो तुसीं भी AB लिखना। इत्थे CD + CD भी लिख सकते हो क्योंकि AB ते CD आपस इक्वल ने। क्लीयर। तो CD दी जगह मैं लिख रही हाँ AB, इनू नंबर 1 दे दो, सॉरी A ले दो क्योंकि 1 2 अपना हो गया, इसनू नंबर B दे दो, ठीक है। AD + BC की दे इक्वल इत्थों AD दे। क्लीयर। बाय यूजिंग A एंड B। क्लीयर। AB + AB 2AB, AD + AD 2AD, 2 नाल 2 कैंसल आउट, वी गेट AB = AD, ठीक है। ਆਪਾਂ ਸਾਈਡਸ ਇਕੁਅਲ ਕਰਨ ਦੇ ਲਈ ਆ ਸਾਰਾ ਫੰਡਾ ਕੀਤਾ ਇਹਦੇ ਵਿੱਚ, ਠੀਕ ਹੈ। ਹੁਣ ਦੇਖੋ AB ਇੱਥੋਂ DC ਦੇ ਇਕੁਅਲ ਸੀ, ਇੱਥੋਂ AB ਕਿਹਦੇ ਇਕੁਅਲ ਆ ਗਿਆ, AD ਦੇ। AD ਅੱਗੇ ਕਿਹਦੇ ਇਕੁਅਲ ਆ, BC ਦੇ। ਦੈਟ ਮੀਨਸ AB ਐਂਡ ਇਸ ਨੂੰ ਨਾਮ ਦੇ ਦਿਓ C ਨੂੰ। ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਜੁਆਇਨ ਕਰਾਂਗੇ, AB = DC ਵੀ ਆ, AB = AD ਵੀ ਆ, AD = BC। ਇਹਦਾ ਮਤਲਬ ਚਾਰੇ ਸਾਈਡਸ ਆਪਸ 'ਚ ਇਕੁਅਲ ਹੋ ਗਈਆਂ क्योंकि AB = DC भी आ गया, AB AD दे भी इक्वल आ, AD अगे BC दे इक्वल आ। ਇਹਦਾ मतलब AB = BC = CD = DA, चारों साइड्स इक्वल। दैट मीन्स ABCD is a rhombus। क्लियर। by A B and C we get AB = BC = CD = DA। that is ABCD is a rhombus, hence proved। Clear। Okay, question 12th। A triangle ABC is drawn to circumscribe a circle of radius 4 cm। ਕਹਿੰਦੇ ਇੱਕ ਟਰਾਇੰਗਲ ਬਣੀ ਹੋਈ ਆ ਸਰਕਲ ਦੇ ਉੱਪਰ। ਸੌਰੀ ਮੇਰਾ ਇਹ ਦੇਖਣ ਨੂੰ ਸਰਕਲ ਤਾਂ ਨਹੀਂ ਲੱਗ ਰਿਹਾ ਕਿਉਂਕਿ ਮੈਂ ਟਰਾਇੰਗਲ ਪਹਿਲਾਂ ਬਣਾ ਲਈ, ਸਰਕਲ ਬਾਅਦ 'ਚੋਂ ਬਣਾਇਆ, ਹੱਥ ਨਾਲ ਹੀ ਬਣਾਇਆ, ਠੀਕ ਹੈ। such that segments BD and DC into which BC is divided by the point of contact D are of length 8 cm and 6 cm respectively। ਕਹਿੰਦੇ ਜਿਹੜੀ ਆਹ BC ਲਾਈਨ ਆ ਉਹਨੂੰ D ਨਾਲ ਇੱਥੋਂ ਪਾਰਟੀਸ਼ਨ ਮਤਲਬ ਪੁਆਇੰਟ ਆਫ ਕੰਟੈਕਟ ਹੈ ਇਹ, ਹੈ ਨਾ। ਤਾਂ CD ਤੇ BD ਦੀ ਲੈਂਥ ਦਿੱਤੀ ਹੋਈ ਆ 6 cm ਤੇ 8 cm। फाइंड साइड्स AB एंड AC।
ਕਹਿੰਦੇ ਆਪਾਂ ਟਰਾਇੰਗਲ ਦੀ AB ਐਂਡ AC ਸਾਈਡ ਫਾਈਂਡ ਆਊਟ ਕਰਨੀ ਹੈ। ਬਾਕੀ ਸਾਰੇ ਕੁਐਸਚਨ ਤੋਂ ਡਿਫਰੈਂਟ ਹੈ ਇਹ, ਤੇ ਇੰਪੋਰਟੈਂਟ ਵੀ ਹੈ ਕੁਐਸਚਨ, ਥੋੜਾ ਜਿਹਾ ਲੈਂਥੀ ਜ਼ਰੂਰ ਹੈ ਬਟ ਹੈ ਈਜ਼ੀ ਹੈ। ਠੀਕ ਹੈ, ਦੇਖੋ ਆਪਾਂ ਕੀ ਕਰਨਾ, ਆਹ ਪੁਆਇੰਟ ਆਫ ਕੰਟੈਕਟ ਆਪਾਂ ਨੂੰ ਇੱਕ ਦਿੱਤਾ ਹੋਇਆ, ਬਾਕੀਆਂ ਦੇ ਨੇਮਿੰਗ ਆਪਾਂ ਖੁਦ ਕਰ ਲਈਏ, ਇਹਨੂੰ E ਦੇ ਲੈਂਦੇ ਹਾਂ, ਇਹਨੂੰ F ਦੇ ਲੈਂਦੇ ਹਾਂ। ਠੀਕ ਹੈ, ਹੁਣ ਦੇਖੋ ਆਹ ਐਕਸਟਰਨਲ ਪੁਆਇੰਟ ਆ, ਐਕਸਟਰਨਲ ਪੁਆਇੰਟ ਤੋਂ ਆਹ ਦੋ ਟੇਂਜੈਂਟ ਆ, ਦੋਨਾਂ ਦੀ ਲੈਂਥ ਕੀ ਹੋਏਗੀ ਇਕੁਅਲ, ਦੈਟ ਮੀਨਸ ਜੇ ਆ 6 ਆ ਤਾਂ ਵੀ ਕਿੰਨਾ ਹੋਏਗਾ 6, ਮਤਲਬ CF ਲੈਂਥ ਆ ਗਈ ਆਪਣੇ ਕੋਲ। ਇੱਧਰੋਂ B ਐਕਸਟਰਨਲ ਪੁਆਇੰਟ ਆ, ਦੈਟ ਮੀਨਸ BD ਐਂਡ BE ਟੇਂਜੈਂਟਸ ਕੀ ਹੋਣਗੇ ਇਕੁਅਲ। ਜੇ ਇਹ 8 ਆ ਤਾਂ ਆ ਵੀ ਕਿੰਨਾ ਹੋਊਗਾ 8। ਠੀਕ ਹੈ, ਹੁਣ ਦੇਖੋ ਇੰਨੀ ਲੈਂਥ ਤਾਂ ਆਪਾਂ ਫਾਈਂਡ ਆਊਟ ਕਰ ਲਈ, ਰਹਿ ਗਈ ਆਪਣੀ ਆਹ ਵਾਲੀ ਲੈਂਥ ਫਾਈਂਡ ਆਊਟ ਕਰਨ ਵਾਲੀ। ਹੁਣ ਜਿਹੜਾ A ਆ ਉਹ ਵੀ ਤਾਂ ਐਕਸਟਰਨਲ ਪੁਆਇੰਟ ਆ, ਉਹ ਤੋਂ ਵੀ ਆਹ ਦੋਨੋਂ ਟੇਂਜੈਂਟਸ ਕੀ ਹੋਣਗੇ ਇਕੁਅਲ। ਆਪਾਂ ਸਪੋਜ਼ ਕਰ ਲਈਏ ਕਿ ਕਿੰਨੇ ਸੈਂਟੀਮੀਟਰ ਦੇ ਨੇ x ਸੈਂਟੀਮੀਟਰ ਦੇ, ਇਹਦਾ ਮਤਲਬ ਆਪਾਂ x ਦੀ ਵੈਲਿਊ ਕੱਢਣੀ ਆ ਕਿਵੇਂ ਨਾ ਕਿਵੇਂ ਕਰਕੇ, ਹੈ ਨਾ। ਹੁਣ ਦੇਖੋ ਆਪਾਂ ਪਹਿਲਾਂ ਲਿਖਦੇ ਹਾਂ ਇੰਨਾ ਕੁ, we know lengths of tangents from an external point is equal। clear, ਇਹਦਾ ਮਤਲਬ CD equals to CF ਕਿੰਨਾ ਆ ਗਿਆ 6 ਸੈਂਟੀਮੀਟਰ, ਐਂਡ BD equals to BE equals to ਕਿੰਨਾ 8 ਸੈਂਟੀਮੀਟਰ। ਲੈਟ ਕਰ ਲਓ AE equals to AF equals to ਕਿੰਨਾ x ਸੈਂਟੀਮੀਟਰ। ਠੀਕ ਹੈ, ਹੁਣ ਦੇਖੋ ਟੋਟਲ BC ਆਪਣੀ ਕਿੰਨੀ ਹੋ ਜੂਗੀ 8 + 6, ਕਿਉਂਕਿ ਆ ਟੋਟਲ ਹੀ ਆਪਣੀ 8 + 6 ਕਿੰਨੀ ਹੋ ਜੂ 14 ਸੈਂਟੀਮੀਟਰ। ਠੀਕ ਹੈ, ਇੱਧਰੋਂ AB ਕਿੰਨੀ ਹੋ ਜੂ ਆਪਣੀ ਟੋਟਲ, ਇਹਨਾਂ ਦੋਨਾਂ ਨੂੰ ਪਲੱਸ ਕਰ ਦਿਓ, x ਦੇ ਵਿੱਚ 8 ਤਾਂ ਪਲੱਸ ਹੁੰਦਾ ਨਹੀਂ, ਤਾਂ ਟੋਟਲ ਆਪਾਂ ਕੀ ਲਿਖ ਦਾਂਗੇ x + 8 ਸੈਂਟੀਮੀਟਰ। ਠੀਕ ਹੈ, ਐਜ਼ ਇਟ ਇਜ਼ AC ਆਪਣੀ ਕਿੰਨੀ ਆ ਜੂਗੀ ਪਲੱਸ ਕਰਕੇ x + 6 ਸੈਂਟੀਮੀਟਰ। ਠੀਕ ਹੈ, ਤਾਂ ਆਪਾਂ ਇੱਥੇ ਲਿਖ ਲਈਏ AB ਆਪਣੇ ਕੋਲ ਕਿੰਨੀ ਹੋਗੀ x + 8 ਸੈਂਟੀਮੀਟਰ, BC ਆਪਣੇ ਕੋਲ ਕਿੰਨੀ ਹੋਗੀ 14 ਸੈਂਟੀਮੀਟਰ, ਐਂਡ AC ਆਪਣੇ ਕੋਲ x + 6 ਸੈਂਟੀਮੀਟਰ। ਹੁਣ ਆਪਾਂ ਆਹ x ਦੀ ਵੈਲਿਊ ਜੇ ਫਾਈਂਡ ਆਊਟ ਕਰ ਲਈ ਤਾਂ AB ਤੇ AC ਆ ਜਾਣਗੇ ਆਪਣੇ। ਠੀਕ ਹੈ, ਹੁਣ ਆਪਾਂ 9th ਕਲਾਸ ਦੇ ਵਿੱਚ ਇੱਕ ਫਾਰਮੂਲਾ ਪੜ੍ਹਿਆ ਸੀ ਹੀਰੋਨਸ ਫਾਰਮੂਲਾ। ਉਹ ਹੀਰੋਨਸ ਫਾਰਮੂਲਾ ਕਾਹਦੇ ਲਈ ਸੀਗਾ, ਏਰੀਆ ਆਫ ਟਰਾਇੰਗਲ ਫਾਈਂਡ ਆਊਟ ਕਰਨ ਲਈ। ਇਹਦਾ ਮਤਲਬ ਆਪਾਂ ਏਰੀਆ ਆਫ ਟਰਾਇੰਗਲ ABC ਕੱਢਣਾ ਬਾਈ ਯੂਜ਼ਿੰਗ ਹੀਰੋਨਸ ਫਾਰਮੂਲਾ। ਉਹ ਹੀਰੋਨਸ ਫਾਰਮੂਲਾ ਕੀ ਸੀਗਾ ਸਭ ਨੂੰ ਪਤਾ ਹੀ ਹੋਣਾ, ਬਹੁਤ ਈਜ਼ੀ ਸੀ, √S S - A S - B S - C, ਵੇਅਰ S ਕੀ ਸੀ ਆਪਣਾ ਸੈਮੀ ਪੈਰੀਮੀਟਰ ਆਫ ਟਰਾਇੰਗਲ, ਹੈ ਨਾ। A B and C are sides of triangle। now ਆਪਾਂ ਕੀ ਕਰਦੇ ਹਾਂ, we have to find area of triangle। ठीक है, ABC by using Heron's formula। Heron's formula की है, area of triangle equals to square root S S minus A S minus B S minus C, where S equals to A plus B plus C by 2। ਇਹ ਸੈਮੀ ਪੈਰੀਮੀਟਰ ਹੁੰਦਾ, and A B and C are sides of triangle। ਕਲੀਅਰ ਇੰਨੀ ਚੀਜ਼। ਠੀਕ ਹੈ, ਹੁਣ ABC ਸਾਈਡਾਂ ਤਾਂ ਆਪਾਂ ਨੂੰ ਦਿੱਤੀਆਂ ਹੋਈਆਂ ਟਰਾਇੰਗਲ ਦੀਆਂ, ਆਪਾਂ ਨੂੰ ਕੀ ਫਾਈਂਡ ਆਊਟ ਕਰਨਾ ਪੈਣਾ S। ਸਭ ਤੋਂ ਪਹਿਲਾਂ ਆਪਾਂ S ਕੱਢਦੇ ਹਾਂ, A ਲੈ ਲਓ x + 8, B ਸਪੋਜ਼ ਕਰ ਲਓ 14, C ਸਪੋਜ਼ ਕਰ ਲਓ x + 6 upon 2। ਠੀਕ ਹੈ, x + x 2x, 8 + 6 14, 14 + 14 28 divided by 2। ਉੱਪਰੋਂ ਕਾਮਨ ਕੀ ਆ ਰਿਹਾ ਆਪਣਾ 2, ਅੰਦਰ ਰਹਿ ਗਿਆ x + 14। ਕਲੀਅਰ, 2 ਨਾਲ 2 ਕੈਂਸਲ ਆਊਟ, ਵੀ ਗੈਟ S is equals to x + 14। ਕਲੀਅਰ, ਨਾਓ S ਵੀ ਆ ਗਿਆ ਆਪਣੇ ਕੋਲ, A B C ਵੀ ਹੈਗੀਆਂ, ਤਾਂ ਵੈਲਿਊਜ਼ ਪੁੱਟ ਕਰ ਦਈਏ। ਨਾਓ ਏਰੀਆ ਆਫ ਟਰਾਇੰਗਲ ABC is equals to square root
एस की वैल्यू पुट करो एक्स प्लस 14, एक्स प्लस 14 माइनस ए की वैल्यू कितनी है एक्स प्लस 8, तो आपको की लगाना पएगा ब्रैकेट एक्स प्लस 8 ब्रैकेट क्लोज, फिर एस की वैल्यू एक्स प्लस 14 माइनस बी की वैल्यू कितनी है 14, एक्स एस की वैल्यू एक्स प्लस 14 माइनस सी की वैल्यू एक्स प्लस 6, क्लीयर। नाउ एक्स प्लस 14 एज इट इज़, ये ब्रैकेट ओपन कर दो, माइनस नाल साइन की हो जाएंगे चेंज, एक्स प्लस 14 माइनस एक्स माइनस 8, आ 14 नाल 14 कैंसल, वी गेट एक्स, हेयर एक्स प्लस 14 माइनस एक्स माइनस 6, क्योंकि ब्रैकेट चेंज हो सॉरी साइन चेंज करते, ठीक है, माइनस ने, आ एक्स नाल एक्स कैंसल आउट, आ एक्स नाल एक्स कैंसल आउट, वी गेट एक्स प्लस 14, इत्थे 14 माइनस 8 6, एक आ एक्स बचा, एक 14 माइनस 6 कितना बचा 8, क्लीयर, इज इक्वल्स टू स्क्वायर रूट एक्स प्लस 14 6 इंटू एक्स इंटू 8, यही चीज़ बची, ये की सी अपने को एरिया ऑफ ट्राइंगल ए बी सी, क्लीयर, इनू नंबर दे दो 1, ओके, इत्थे छड़ दो इनू एक बार, क्योंकि एक्स की वैल्यू तो हजे भी नहीं फाइंड आउट हुई अपने तो। नाउ हुण अपने को रेडियस दिता होया सी ट्राइंगल का कितना, सॉरी सर्कल का कितना 4 सेंटीमीटर, तो अपने को रेडियस आही आ भी रेडियस आ भी रेडियस ज्वाइन ए ओ सी ओ एंड बी ओ, ध्यान नाल देखो अपने को ट्राइंगल बन गई बी ओ सी, क्लीयर। जे आपां इहदा एरिया कड्ढना होवे, अपने को इत्थे 90 हुंदा, आपां नूं पता रेडियस ते टेंजेंट दे विचाले, जे इसका एरिया कड्ढना होवे की कितना एरिया आऊ, हाफ इंटू बेस इंटू हाइट, क्लीयर। इधरों ए ओ बी ट्राइंगल बन गई जिहड़ी, इस ते भी इत्थे 90, तो यदा भी एरिया की आजू हाफ इंटू बेस इंटू हाइट, एज इट इज़ ए ओ सी दा, ध्यान नाल देखो बी ओ सी प्लस ए ओ बी प्लस ए ओ सी, जे तिन्ना ट्राइंगलों छोटियां का प्लस करांगे आपां, किहड़ा एरिया बन जू एरिया ऑफ ट्राइंगल ए बी सी, मतलब एक तरीका अपने को ए भी है ए बी सी का फाइंड आउट करने लिए कि एरिया ऑफ ट्राइंगल ए बी सी इक्वल्स टू एरिया ऑफ ट्राइंगल बी ओ सी प्लस ए ओ बी प्लस ए ओ सी, क्लीयर। तो लिखते हैं आप ऑल्सो एरिया ऑफ ट्राइंगल ए बी सी इक्वल्स टू एरिया बी ओ सी प्लस एरिया ए ओ बी प्लस एरिया ए ओ सी, क्लीयर। हुण इन्हां दा एरिया की हुंदा, एरिया ऑफ ट्राइंगल एक बार इत्थे फॉर्मूला लिख दिंदे आ, एरिया ऑफ ट्राइंगल की हुंदा हाफ इंटू बेस इंटू हाइट, क्लीयर। इसका बेस की आ बी ओ सी का, अपने को बेस की आ बी सी, हाइट की आ अपने को ओ डी, हाफ इंटू बी सी इंटू ओ डी, क्लीयर। ए ओ बी ट्राइंगल, ਇਹਦੇ ਵਿੱਚ ਆਪਣੇ ਕੋਲ ਬੇਸ ਕੀ ਆ ਏ ਬੀ ਐਂਡ ਹਾਈਟ ਕੀ ਆ ਓ ਈ, ਦੈਟ ਮੀਨਸ ਹਾਫ ਇੰਟੂ ਏ ਬੀ ਇੰਟੂ ਓ ਈ, ਕਲੀਅਰ। ਏਰੀਆ ਆਫ ਟਰਾਇੰਗਲ ਏ ਓ ਸੀ, ਇਸ ਦਾ ਬੇਸ ਕੀ ਆ ਏ ਸੀ, ਇਸ ਦਾ ਹਾਈਟ ਕੀ ਆ ਆਪਣੇ ਕੋਲ ਓ ਐਫ, ਕਲੀਅਰ। ਹਾਫ ਇੰਟੂ ਬੇਸ ਕੀ ਸੀ ਏ ਸੀ ਇੰਟੂ ਓ ਐਫ, ਕਲੀਅਰ ਹੈ ਇੰਨੀ ਚੀਜ਼, ठीक है। हुण देखो बी सी की वैल्यू हैगी ओ डी की है अपना रेडियस, ये कितना सी 4 सेंटीमीटर, ओ ई भी कितना 4 सेंटीमीटर, ओ एफ भी कितना 4 सेंटीमीटर, सारिया वैल्यूज पुट कर रही है बी सी ए सी ते सारे ओ ई ओ डी एंड ओ एफ सारे हैगे अपने को, ठीक है। वैल्यूज पुट कर दो, हाफ इंटू बी सी कितना सी 14, ओ डी 4 प्लस हाफ इंटू ए बी कितना सी अपना एक्स प्लस 8, ओ ई कितना 4 प्लस हाफ इंटू ए सी कितना सी एक्स प्लस 6 इंटू ओ एफ कितना 4।
थोड़ी जी प्रॉब्लम आती है बेटा जो पेज इदां पलटते हैं है ना, थोनों भी प्रॉब्लम आती होनी है, तो प्लीज़ अपनी डायग्राम इत्थे कोल बना लिया करो, उन्होंने इत्थे ही समझ लिया करो, ठीक है। अपने पेज ते डायग्राम बना लिया करो अलग तो। देखो 2 नाल 4 कट गया 2, 2 नाल 4 कट गया 2, इत्थे भी कट गया, क्लीयर। वी गैट 14 2 या 28 प्लस आ वाले 2 नूं ब्रैकेट नाल मल्टीप्लाई कर दिए, अपने कोल की बचेगा 2x प्लस 16, ठीक है, प्लस इधर की बचेगा 2x प्लस 6 2 या 12, ठीक है। 2x प्लस 2x 4x, 16 प्लस 12 28, 28 प्लस 28 56, ठीक है। हुण देखो ये अपने कोल 2 नंबर दे दो इनू, क्योंकि ये भी की अपना एरिया ऑफ ट्राइंगल ABC। फ्रॉम 1 एंड 2 ध्यान नाल देखो, ये भी की आया अपना ABC ट्राइंगल का एरिया, ये भी की आया अपना ABC ट्राइंगल का एरिया। हुण एक ट्राइंगल आ ना अपने कोल, उसका एरिया चाहे आप हाफ इंटू बेस इंटू हाइट लैके कढ़ीए, चाहे आप हीरोन्स फॉर्मूले नाल कढ़ीए, ट्राइंगल का एरिया तो सेम ही होना, क्योंकि ट्राइंगल तो इक्को ही अपने कोल। तो आप दोनों एरियाज़ नूं की रख लांगे इक्वल। फ्रॉम 1 एंड 2 रूट x प्लस 14 6 इंटू x इंटू 8 इक्वल्स टू 4x प्लस 56, क्लीयर। इन्हां दोनों नूं सॉल्व कर लांगे आपां इक्वल रख के, फिर इस तो बाद अपने कोल x की वैल्यू आ जाएगी। देखो इत्थों 4 कॉमन आउंदा, पहलां 4 कॉमन कढ लो, x प्लस 14। मैं इधर वाले नूं सॉल्व क्यों नहीं किया, क्योंकि जे आपां सॉल्व कर लांगे अगे जाके अपनी कैलकुलेशन थोड़ी डिफिकल्ट हो जानी है, तो इनू लोड़ ही नहीं हैगी सॉल्व करन दी। इधर अपने कोल की बचा x प्लस 16, ठीक है, सॉरी 14, ठीक है। हुण आपां स्क्वायर रूट हटाउणा की करदे हुंदे आ, स्क्वायरिंग ऑन बोथ साइड। दोनों साइड स्क्वायर कर दो, इधरला स्क्वायर रूट कैंसल आउट हो जाओ। वी गेट x प्लस 14 इंटू 6 इंटू एक्स इंटू 8 इक्वल्स टू, इधर की हो जाऊगा स्क्वायर, 4 4 या 16, इधर x प्लस 14 का होल स्क्वायर हो जाओ, क्लीयर है इत्थों तक। हुण देखो x प्लस 14 एक ब्रैकेट इधर पिया, एक इधर कैंसल आउट हो जाऊगा, अपने कोल की बचा इधर 6 इंटू एक्स इंटू 18 इक्वल्स टू 16 x प्लस 14, आ चीज़ बची है, ठीक है। इनू कैंसल आउट कर दो, 8 2 या 16, 2 दे टेबल ते 6 किन्ने ते 3 ते, इधर अपने कोल की बचा 3x, इधर की बचा x प्लस 14, क्लीयर। x प्लस इधर आके की हो जाएगा माइनस 3x माइनस एक्स इक्वल्स टू 14, 3x माइनस 1x 2x इक्वल्स टू 14, अपने को इत्थे x कितना आ गया 7, ठीक है। x की वैल्यू फाइंड आउट होगी तो ए बी एंड ए सी फाइंड आउट कर लेंगे आप, क्योंकि इत्थे पुट कर दो x प्लस 8 x प्लस 6 दे विच ए बी अपने कोल कितना सीगा x प्लस 8, इत्थे 7 प्लस 8 कितना आ गया 15 सेंटीमीटर, एंड ए सी अपने कोल की सी x प्लस 6, दैट मीन 7 प्लस 6 13 सेंटीमीटर, क्लीयर। यही आप वैल्यूज़ फाइंड आउट करनी सी, थोड़ा जिहा लेंथी आ क्वेश्चन बट है ईजी आ, हो जाएगा, ठीक है। बस आप एरिया कढ़ना एक बार हीरोन्स फॉर्मूले नाल, एक बार हाफ इंटू बेस इंटू हाइट वाले नाल, क्लीयर। नाउ 13th क्वेश्चन, prove that opposite sides of a quadrilateral circumscribing a circle subtend supplementary angles at the center of the circle। मोस्ट इम्पॉर्टेंट क्वेश्चन है एंड माई फेवरेट, क्योंकि बहुत ही इंटरस्टिंग तो ईजी क्वेश्चन है ये, ठीक है। मेरे पेपर दे विच हर वार मिलता सी, हर वार, ठीक है। प्रूव दैट अपोजिट साइड्स ऑफ क्वाड्रीलेटरल, कहते एक सर्कल दे उपर की बनी हुई आ क्वाड्रीलेटरल, आ सर्कल आ इहदे उपर की बनी हुई है एक क्वाड्रीलेटरल, ठीक है। सपोज ए बी सी डी क्वाड्रीलेटरल, ठीक है।
की कहा कहते अपोजिट साइड्स क्वाड्रीलेटरल दियाँ ਜਿਹੜੀ ਸਰਕਲ ਦੇ ਉੱਪਰ ਬਣੀ ਆ ਸਬਟੈਂਡ ਸਪਲੀਮੈਂਟਰੀ ਐਂਗਲਸ ਐਟ ਦਾ ਸੈਂਟਰ ਆ ਸੈਂਟਰ ਆ ਇਹਦੀਆਂ ਆਪੋਜ਼ਿਟ ਸਾਈਡਸ ਮਤਲਬ ਏ ਬੀ ਐਂਡ ਸੀ ਡੀ ਲੈ ਲਓ ਜਿਵੇਂ ਹੈ ਨਾ ਪਹਿਲਾਂ ਏ ਬੀ ਨੇ ਆ ਐਂਗਲ ਬਣਾਤਾ ਇੱਥੇ ਸੈਂਟਰ ਦੇ ਉੱਪਰ ਆ ਵਾਲਾ ਉਹ ਸੈਂਟਰ ਆ ਆਪਣਾ ਸੀ ਡੀ ਨੇ ਐਂਗਲ ਦਿਸ ਵਨ ਬਣਾਤਾ ਠੀਕ ਹੈ ਕਹਿੰਦੇ ਇਹ ਸਪਲੀਮੈਂਟਰੀ ਆ ਮਤਲਬ ਐਂਗਲ ਏ ਓ ਬੀ ਪਲੱਸ ਸੀ ਓ ਡੀ ਆਪਾਂ ਕੀ ਪ੍ਰੂਵ ਕਰਨਾ 180 ਡਿਗਰੀ ਦੇ ਇਕੁਅਲ इधरों आ वालियां अपोजिट साइड्स मतलब बी सी ने की एंगल बनाता बी ओ सी ए डी ने की बनाता ए ओ डी ए भी दोनों आपस की ने सप्लीमेंटरी मतलब इन्हां दोनों का प्लस भी की बनता आपस च 180 डिग्री ये आप प्रूव करना देखो टू प्रूव अपना की आ ए ओ बी प्लस सी ओ डी इक्वल्स टू 180 डिग्री and BOC plus AOD ये भी की आपस च सप्लीमेंटरी मतलब इन्होंने दोनों का प्लस 180 ठीक है बहुत ईजी क्वेश्चन है देखो आ पॉइंट्स ऑफ कंटैक्ट ने अपने को सॉरी P Q R S नेमिंग दे दो इन्हों ज्वाइन कर दो ठीक है इतने नेमिंग दे लिए आप 1 2 3 4 5 6 7 8 ठीक है हुण देखो आपां नूं पता आ पॉइंट आ ना ओ जिहड़ा सेंटर आ ਇਹਦੇ ਸਾਰੇ एंगल्स ਦਾ प्लस आले दुआले ਦੇ कितना होगा 360 क्योंकि एक पॉइंट ਦੇ अराउंड जिन्ने भी एंगल होंगे सब का प्लस कितना होंगे 360 ठीक है ये चीज़ आपां नूं पता वी नो सम ऑफ ऑल एंगल्स अराउंड अ पॉइंट इज 360 डिग्री ठीक है दैट मीन्स एंगल 1 प्लस 2 प्लस 3 प्लस 4 प्लस 5 प्लस 6 प्लस 7 प्लस 8 इक्वल्स टू 360 डिग्री क्लीयर इनू इत्थे छड़ दो नंबर 1 दे के ठीक है क्योंकि आपां नूं इन्ना पता सी आपां इन्ना लिख लिया होर इस तो बाद आपां नूं हाले कुछ नहीं पता हैगा ठीक है हुण देखो ए ओ बी जिहड़ा आ एंगल आ ਉਹ ਕਿਹੜੇ ਕਿਹੜੇ ਐਂਗਲਸ ਨੂੰ ਪਲੱਸ ਕਰਕੇ ਬਣਦਾ 1 + 2 ਨੂੰ COD ਜਿਹੜਾ ਐਂਗਲ ਆ ਉਹ ਕਿਹਨੂੰ ਪਲੱਸ ਕਰਕੇ ਬਣਦਾ 5 ਐਂਡ 6 ਨੂੰ ਇੱਕ ਵਾਰ ਮਾਈਂਡ ਦੇ ਵਿੱਚ ਇੱਧਰ ਚਾਹੇ ਰਫ ਦੇ ਵਿੱਚ ਲਿਖ ਲਓ ਚਾਹੇ ਮਾਈਂਡ 'ਚ ਰੱਖੋ ਕਿ ਆਪਾਂ ਨੂੰ 1 + 2 + COD ਕੀ ਆ 5 + 6 ਇਹ ਕੀ ਲੈ ਕੇ ਆਉਣਾ ਆਪਾਂ 180 ਦੇ ਇਕੁਅਲ ਲੈ ਕੇ ਆਉਣਾ ਠੀਕ ਹੈ ਇਹ ਰਫ ਚੀਜ਼ ਆ क्लीयर ਇਹਦਾ मतलब आ ਜਿਹੜਾ 1 नंबर ਆਪਾਂ ਦਿੱਤਾ ਇਹਦੇ ਵਿੱਚ एंगल 1 2 5 ਐਂਡ 6 ਚਾਹੀਦੇ ਆ ਬਾਕੀ ਸਾਰੇ ਆਪਾਂ ਨੂੰ ਕੀ ਕਰਨੇ ਪੈਣੇ ਆ ਰਿਮੂਵ मतलब 3 4 7 8 ਕੀ ਕਰਨੇ ਪੈਣੇ ਆ ਰਿਮੂਵ ਕਿੱਦਾਂ ਰਿਮੂਵ ਕਰਾਂਗੇ मतलब ਇਹਨਾਂ ਨੂੰ ਕੁਝ ਇਕੁਅਲ ਲੈ ਕੇ ਆਵਾਂਗੇ ਤਾਂ ਹੀ ਰਿਮੂਵ ਹੋਣਗੇ ਹੁਣ ਦੇਖੋ ਇਕੁਅਲ ਕਿਵੇਂ ਲੈ ਕੇ ਆਵਾਂਗੇ ਆਪਾਂ ਪਹਿਲਾਂ ਕਰ ਚੁੱਕੇ ਆ ਇਹ ਚੀਜ਼ ਦੇਖੋ ਇੱਕ ਟ੍ਰਾਇੰਗਲ ਆਪਾਂ ਆ ਲੈ ਲੈਂਦੇ ਆ ਇਹਦੇ ਨਾਲ ਲੱਗਦੀ ਇੱਕ ਟ੍ਰਾਇੰਗਲ ਆ ਲੈ ਲੈਂਦੇ ਆ ਇਹਨਾਂ ਦੋਨਾਂ ਦੇ ਵਿੱਚ AS ਤੇ AP ਦੋਨੋਂ ਟੈਂਜੈਂਟ ਇਕੁਅਲ ਨੇ OP ਤੇ OS ਦੋਨੋਂ ਰੇਡੀਅਸ ਨੇ ਤਾਂ ਇਕੁਅਲ ਆ OA ਤੇ OA ਕੀ ਆ ਕਾਮਨ ਹੈ ਤਾਂ ਕਰਕੇ ਇਕੁਅਲ ਆ ਬਾਏ SSS ਦੋਨੋਂ ਟ੍ਰਾਇੰਗਲਸ ਕੀ ਹੋ ਗਈਆਂ ਕੰਗਰੂਐਂਟ ਜੇ ਦੋਨੋਂ ਟ੍ਰਾਇੰਗਲ ਕੰਗਰੂਐਂਟ ਆ ਤਾਂ ਦੋਨੋਂ ਐਂਗਲਸ ਕੀ ਹੋ ਗਏ ਇਕੁਅਲ that means angle 1 equals to angle 8 as it is आ दोनों angle equal similarly आ equal similarly आ equal clear इन्नी चीज़ हुण लिखते हैं आप now in triangle AOP and triangle AOS दे विच AP equals to AS क्योंकि tangents are equal in length clear AO equals to AO common OP equals to OS
क्योंकि रेडियस ने ये, ठीक है। बाय एस रूल ट्रायंगल AOP कॉन्गूरेंट टू ट्रायंगल AOS। इत्थों की आ गया अपने कोल एंगल 1 इक्वल्स टू एंगल 8 दे बाय CPCT। बाकी आपां करदे नहीं, वो की लिखांगे सिमिलरली, ठीक है। एंगल 2 इक्वल्स टू एंगल 3 दे, ध्यान नाल लिखना है। एंगल 4 इक्वल्स टू एंगल 5 दे, एंगल 6 इक्वल्स टू एंगल 7 दे। क्लीयर, अपने को इक्वल आ गए। इत्थे की कर देने आपां पुट इन 1। देखो एंगल 1 चाहिदा सी आपां नूं, ठीक है। एंगल 1 एज इट इज़, एंगल 2 भी चाहिदा, एंगल 3 नहीं चाहिदा। एंगल 3 लभो इत्थों किहदे इक्वल आ 2 दे, तो एंगल 3 की जगह लिखता आपां एंगल 2। 4 भी नहीं चाहिदा, 4 किस दे इक्वल आ 5 दे, प्लस 5 चाहिदा यस, 6 भी चाहिदा यस, 7 नहीं चाहिदा किस दे इक्वल आ 6 दे, 8 भी नहीं चाहिदा, 8 किस दे इक्वल आ 1 दे। क्लीयर, एंगल 1 प्लस एंगल 1 2 टाइम्स एंगल 1 प्लस 2 एंगल 2 प्लस एंगल 2 2 टाइम्स एंगल 2 प्लस एंगल 5 प्लस एंगल 5 2 टाइम्स एंगल 5, एंगल 6 प्लस एंगल 6 2 टाइम्स एंगल 6 इक्वल्स टू 360। 2 सारिਆਂ ਦੇ ਵਿੱਚੋਂ ਕੀ ਆ ਰਿਹਾ ਕਾਮਨ, ਵੀ ਗੈਟ एंगल 1 प्लस एंगल 2 प्लस एंगल 5 प्लस एंगल 6 इक्वल्स टू 360। आ 2 उधर जाके की हो जाएगा डिवाइड, ठीक है। नाउ एंगल 1 प्लस एंगल 2 की बन रहा अपने को AOB प्लस एंगल 5 प्लस 6 की बन रहा अपने को COD इक्वल्स टू 2 नाल 360 कैंसल आउट होके की आ गया अपने को 180 डिग्री, ठीक है। ये तो अपने को फर्स्ट चीज़ प्रूव होगी। सिमिलरली जे आपां आह 3 प्लस 4 7 प्लस 8 लैना हुंदा तां इत्थे 1 दे विच उदां दीयां वैल्यूज़ पुट करी जांदे, मतलब 3 4 7 8 चाहिए सी तां 1 दी वैल्यू की हो जानी सी पुट 8, 3 दी वैल्यू की पुट हो जानी सी 2, ठीक है। इदां इदां वैल्यूज़ पुट करके सिमिलरली ये कर सकते सी आपां, तां एज इट इज़ लिख दो इत्थे सिमिलरली एंगल BOC प्लस AOD इक्वल्स टू 180। ਇਹਦਾ मतलब ਜਿਹੜੇ सॉरी अपोजिट साइड्स ਨਾਲ ਆਪਣੀਆਂ एंगल्स बने ਸੀਗੇ ਉਹ ਕੀ ਨੇ आपस 'ਚ सप्लीमेंटरी। समझ आई, ठीक है। थैंक यू।